के लोग उस ਵੱਲ बहुत आकर्षित ਹੁੰਦੇ ਸਨ। The astrologer transacted his business by the light of a flare which crackled and smoked up above the groundnut heap nearby. ਹੁਣ ਇੱਥੇ ਜੋ ਵੀ ਪ੍ਰਬੰਧ ਉਸ ਰੇਹੜੀ ਵਾਲੇ ਨੇ ਕੀਤਾ ਹੋਇਆ ਸੀ ਰੋਸ਼ਨੀ ਦਾ, ਉਸੇ ਦੀ ਰੋਸ਼ਨੀ ਸਾਡੇ ਜੋਤਸ਼ੀ ਨੂੰ ਪਹੁੰਚ ਜਾਂਦੀ ਸੀ ਅਤੇ ਉਸ ਦਾ ਸ਼ਾਮ ਨੂੰ ਹਨੇਰੇ ਵੇਲੇ ਵੀ ਕੰਮ ਚੱਲਦਾ ਰਹਿੰਦਾ ਸੀ। The place was lit up by shop lights. ਵੈਸੇ ਵੀ ਆਲੇ ਦੁਆਲੇ ਦੀਆਂ ਦੁਕਾਨਾਂ ਦੀ ਰੋਸ਼ਨੀ ਇਸ ਜਗ੍ਹਾ 'ਤੇ ਪੈਂਦੀ ਰਹਿੰਦੀ ਸੀ। This suited the astrologer very well for the simple reason that he had not in the least intended to be an astrologer when he began life, and he knew no more of what was going to happen to himself next minute. ਹੁਣ ਉਸਨੇ ਜਗ੍ਹਾ ਸਿਰਫ ਪੈਸੇ ਕਮਾਉਣ ਲਈ, ਠੱਗੀ ਮਾਰਨ ਲਈ ਚੁਣ ਲਈ ਸੀ। ਬਾਕੀ ਉਸਦਾ ਜੋਤਸ਼ੀ ਬਣਨ ਦਾ ਕੋਈ ਇਰਾਦਾ ਨਹੀਂ ਸੀ। ਇਹ ਤਾਂ ਉਹਦੀ ਜ਼ਿੰਦਗੀ ਦੇ ਹਾਲਾਤ ਸੀ ਕਿ ਉਹ ਇਸ ਤਰ੍ਹਾਂ ਜੋਤਸ਼ੀ ਬਣ ਕੇ ਇੱਥੇ ਬੈਠ ਗਿਆ। ਬਾਕੀ ਉਸਨੂੰ ਗਿਆਨ ਕਿੰਨਾ ਕੁ ਸੀ, ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਸਦੇ ਨਾਲ ਖੁਦ ਨਾਲ ਅਗਲੇ ਮਿੰਟ ਕੀ ਹੋਣਾ ਹੈ। He was as much a stranger to the stars as were his innocent customers. Yet he said things which pleased and astonished everyone. That was more a matter of study, practice and shrewd guesswork. ਪਰ ਫਿਰ ਵੀ ਉਸਦਾ ਕੰਮ ਕਿਵੇਂ ਚੱਲਦਾ ਸੀ ਜਦੋਂ ਉਸਨੂੰ ਨੌਲੇਜ ਹੀ ਨਹੀਂ ਸੀ ਬਿਲਕੁਲ ਵੀ, ਜੋਤਿਸ਼ ਦਾ, ਪੜ੍ਹਾਈ ਲਿਖਾਈ ਦਾ ਕੁਝ ਪਤਾ ਹੀ ਨਹੀਂ ਸੀ, ਫਿਰ ਵੀ ਉਹਦਾ ਕੰਮ ਕਿਵੇਂ ਚੱਲਦਾ ਸੀ? ਕਿਉਂਕਿ ਉਸ ਨੇ ਲੋਕਾਂ ਨੂੰ ਦੇਖ ਕੇ ਅਭਿਆਸ ਦੇ ਨਾਲ ਅਤੇ ਤੁੱਕੇ ਮਾਰ ਕੇ ਅਜਿਹੀਆਂ ਬਹੁਤ ਗੱਲਾਂ ਪਤਾ ਕਰ ਲਈਆਂ ਸੀ ਜਿਹੜੀਆਂ ਤੁਸੀਂ ਕਿਸੇ ਨੂੰ ਕਹੋਗੇ ਤਾਂ ਸਾਹਮਣੇ ਵਾਲਾ ਖੁਸ਼ ਅਤੇ ਹੈਰਾਨ ਹੋ ਜਾਂਦਾ। ਪਲੀਜ਼ਡ ਮੀਨਸ ਖੁਸ਼, ਐਸਟੋਨਿਸ਼ਡ ਮੀਨਸ ਹੈਰਾਨ ਹੋ ਜਾਣਾ। All the same, it was as much an honest man's labor as any other, and he deserved the wages he carried home at the end of the day. ਸੋ ਇਹ ਵੀ ਉਹਦੀ ਇੱਕ ਕਲਾ ਹੀ ਸੀ, ਬਿਨਾਂ ਗਿਆਨ ਹੁੰਦੇ ਹੋਏ ਵੀ ਲੋਕਾਂ ਨੂੰ ਠੱਗਦਾ ਰਹਿੰਦਾ ਸੀ ਅਤੇ ਆਪਣੀ ਕਮਾਈ ਕਰਕੇ ਸ਼ਾਮ ਨੂੰ ਘਰ ਚਲਾ ਜਾਂਦਾ ਸੀ। ਹੁਣ ਉਸ ਐਸਟਰੋਲੋਜਰ ਬਾਰੇ ਸਾਨੂੰ ਦੱਸਿਆ ਜਾ ਰਿਹਾ, ਹੀ ਹੈਡ ਲੈਫਟ ਹਿਸ ਵਿਲੇਜ ਵਿਦਾਊਟ ਐਨੀ ਪ੍ਰੀਵੀਅਸ ਥਾਟ ਆਫ ਪਲਾਨ। ਐਕਚੁਅਲੀ ਉਹਨੇ ਆਪਣਾ ਪਿੰਡ ਬਿਨਾਂ ਕਿਸੇ ਯੋਜਨਾ ਦੇ ਜਾਂ ਕਿਸੇ ਸੋਚ ਦੇ ਆਧਾਰ 'ਤੇ ਨਹੀਂ ਬਣਾਇਆ ਸੀ। ਉਸਨੇ ਆਪਣਾ ਪਿੰਡ ਅਚਾਨਕ ਹੀ ਛੱਡ ਦਿੱਤਾ ਸੀ। ਅਗਰ ਉਹ ਆਪਣੇ 'ਚ ਹੁੰਦਾ ਤਾਂ ਉਹ ਕੀ ਕਰਦਾ? ਹੀ ਵੁੱਡ ਹੈਵ ਕੈਰੀਡ ਔਨ ਦ ਵਰਕ ਆਫ ਹਿਸ ਫੋਰਫਾਦਰਸ। ਅਗਰ ਉਹ ਪਿੰਡ 'ਚ ਹੁੰਦਾ ਤਾਂ ਉਹ ਉਹੀ ਕੰਮ ਕਰਦਾ ਜੋ ਉਸਦੇ ਪੁਰਖੇ ਕਰਦੇ ਸਨ, ਨੇਮਲੀ ਟਿਲਿੰਗ ਦ ਲੈਂਡ, ਲਿਵਿੰਗ, ਮੈਰਿੰਗ, ਰਾਈਪਨਿੰਗ ਇਨ ਹਿਸ ਕੌਰਨਫੀਲਡ ਐਂਡ ਐਨਸੈਸਟਰਲ ਹੋਮ। ਉਸ ਦੇ ਪੁਰਖੇ ਖੇਤੀਬਾੜੀ ਕਰਦੇ ਸੀ, ਗੋਡੀ ਕਰਦੇ ਸੀ, ਖੇਤ ਸਾਂਭਦੇ ਸੀ, ਜਿਉਂਦਾ, ਵਿਆਹ ਕਰਵਾਉਂਦਾ, ਬੱਚੇ ਪਾਲਦਾ, ਜਿਵੇਂ ਕਿ ਉਹਦੇ ਪੁਰਖਿਆਂ ਨੇ ਕੀਤਾ ਸੀ। ਬਟ ਦੈਟ ਵਾਜ਼ ਨਾਟ ਟੂ ਬੀ। ਹੀ ਹੈਡ ਟੂ ਲੀਵ ਹੋਮ ਵਿਦਾਊਟ ਟੈਲਿੰਗ ਐਨੀ ਵਨ, ਐਂਡ ਹੀ ਕੁਡ ਨਾਟ ਰੈਸਟ ਟਿਲ ਹੀ ਲੈਫਟ ਇਟ ਬਿਹਾਈਂਡ ਅ ਕਪਲ ਆਫ 100 ਮਾਈਲਸ। ਪਰ ਕੁਝ ਅਜਿਹਾ ਵਾਪਰਿਆ ਕਿ ਬਿਨਾਂ ਕਿਸੇ ਨੂੰ ਦੱਸੇ ਉਸਨੂੰ ਘਰੋਂ ਭੱਜਣਾ ਪਿਆ ਅਤੇ ਕਈ 100 ਮੀਲ ਦੂਰ ਇੱਥੇ ਆ ਕੇ ਵਸਣਾ ਪਿਆ। ਓਕੇ, ਦਿਸ ਵਾਜ਼ ਹਿਸ ਬੈਕਗਰਾਊਂਡ। He had a working analysis of mankind's troubles. ਹੁਣ ਉਸ ਨੂੰ ਸਹਾਰਾ ਕਿਹੜੀ ਚੀਜ਼ ਦਿੰਦੀ ਸੀ? ਕਿਸ ਚੀਜ਼ ਦੇ ਆਧਾਰ 'ਤੇ ਉਹ ਤੁੱਕੇ ਮਾਰਦਾ ਸੀ? He knew that mankind's trouble were due to 3 things: marriage, money and tangles of human ties. ਉਸਨੇ ਦੇਖਿਆ ਕਿ ਮਨੁੱਖ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹ 3 ਚੀਜ਼ਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਨੇ। ਇੱਕ ਤਾਂ ਵਿਆਹ, ਇੱਕ ਪੈਸਾ, ਇੱਕ ਰਿਸ਼ਤਿਆਂ ਦੇ ਵਿੱਚ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੀਆਂ ਲੜਾਈਆਂ ਪੈ ਜਾਂਦੀਆਂ ਨੇ। ਲੌਂਗ ਪ੍ਰੈਕਟਿਸ ਹੈਡ ਸ਼ਾਰਪਨਡ ਹਿਸ ਪਰਸੈਪਸ਼ਨ। ਪਰਸੈਪਸ਼ਨ ਮੀਨਸ ਟੂ ਸੈਂਸ ਦ ਥਿੰਗਸ ਬਿਫੋਰ ਹੈਪਨਿੰਗ। ਤਾਂ ਉਸਦਾ ਜਿਹੜਾ ਲੰਬਾ ਅਭਿਆਸ ਸੀ ਉਸਨੇ ਇੱਕ ਚੀਜ਼ ਉਸਦੇ ਅੰਦਰ ਬੜੀ ਪੱਕੀ ਕਰ ਦਿੱਤੀ ਸੀ, ਉਹ ਸੀ ਪਰਸੈਪਸ਼ਨ। ਪਰਸੈਪਸ਼ਨ ਮਤਲਬ ਕੋਈ ਵੀ ਘਟਨਾ ਹੋਣ ਤੋਂ ਪਹਿਲਾਂ ਉਸ ਘਟਨਾ ਦੇ ਬਾਰੇ ਅਸੀਂ ਜਦੋਂ ਵਧੀਆ ਅੰਦਾਜ਼ਾ ਲਗਾ ਸਕਦੇ ਹਾਂ, ਉਹ ਪਰਸੈਪਸ਼ਨ ਹੁੰਦੀ ਹੈ। ਪੁਨਰ ਅਹਿਸਾਸ ਕਰ ਲੈਣਾ ਕਿਸੇ ਚੀਜ਼ ਦਾ। ਵਿਦਿਨ 5 minutes ਹੀ ਅੰਡਰਸਟੂਡ ਵਟ ਵਾਜ਼ ਰੋਂਗ।
5 ਮਿੰਟ 'ਚ ਉਸਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਬੰਦੇ ਨੂੰ ਕੀ ਸਮੱਸਿਆ ਹੈ। So now the writer is telling us about his money that he was charging for his work. He charged 3 pies per question. ਇੱਕ ਸਵਾਲ ਦੇ ਉਹ 3 ਪਾਈ ਲੈਂਦਾ ਹੁੰਦਾ ਸੀ। Now what is pi? Pi is an old currency which was used in India at that time. ਜਿਸ ਸਮੇਂ ਦੀ ਕਹਾਣੀ ਆ ਉਦੋਂ ਪਾਈ, ਆਨਾ, ਇਸ ਤਰ੍ਹਾਂ ਦੀ ਕਰੰਸੀ ਚੱਲਦੀ ਸੀ। He never opened his mouth till the other had spoken for at least 10 minutes, which provided him enough stuff for a dozen answers and advices. ਹੁਣ ਉਹ ਕੀ ਕਰਦਾ ਸੀ, ਆਪਣੇ ਗ੍ਰਾਹਕ ਨੂੰ ਕਹਿੰਦਾ ਸੀ, ਹਾਂਜੀ ਦੱਸੋ ਤੁਹਾਨੂੰ ਕੀ ਦੁੱਖ ਹੈ, ਵਿਸਤਾਰ ਨਾਲ ਦੱਸੋ। ਉਸ ਦਾ ਗ੍ਰਾਹਕ 10 ਮਿੰਟ ਲਈ ਬੋਲਦਾ ਰਹਿੰਦਾ ਅਤੇ 10 ਮਿੰਟ ਦੇ ਵਿੱਚ ਉਸਨੂੰ ਇੰਨੀਆਂ ਗੱਲਾਂ ਪਤਾ ਲੱਗ ਜਾਂਦੀਆਂ ਜਿਸ ਦੇ ਉੱਤੇ ਉਹ ਆਪਣੇ ਵੱਲੋਂ ਡਜ਼ਨ ਆਨਸਰਸ, 1 ਦਰਜਨ ਦਾ ਜਵਾਬ ਦੇ ਦਿੰਦਾ ਐਂਡ ਐਡਵਾਈਸਿਸ, ਅਤੇ ਉਨੀਆਂ ਹੀ ਸਲਾਹਾਂ ਦੇ ਦਿੰਦਾ। ਵੈਨ ਹੀ ਟੋਲਡ ਦ ਪਰਸਨ ਬਿਫੋਰ ਹਿਮ ਗੇਜ਼ਿੰਗ ਐਟ ਹਿਜ਼ ਪਾਮ, ਤਾਂ ਹੁਣ ਉਹ ਕਿਸ ਤਰੀਕੇ ਨਾਲ ਉਹਨਾਂ ਦਾ ਹੱਥ ਦਿਖਦਾ ਸੀ, ਆਓ ਸੁਣਦੇ ਹਾਂ। ਸਭ ਤੋਂ ਪਹਿਲਾਂ ਉਹ ਆਪਣੇ ਗ੍ਰਾਹਕ ਦਾ ਹੱਥ ਫੜਦਾ ਅਤੇ ਉਸਨੂੰ ਕੀ ਕਹਿੰਦਾ, In many ways you are not getting the fullest result of your efforts. 9 out of 10 were disposed to agree with him. ਤਾਂ ਪਹਿਲੀ ਗੱਲ ਉਹ ਸਾਰੇ ਲੋਕਾਂ ਨੂੰ ਹੱਥ ਫੜ ਕੇ ਕਹਿੰਦਾ ਕਿ ਤੂੰ ਬਹੁਤ ਸਖਤ ਮਿਹਨਤ ਕਰ ਰਿਹਾ ਹੈ ਅਤੇ ਤੈਨੂੰ ਆਪਣੀਆਂ ਕੋਸ਼ਿਸ਼ਾਂ ਦੇ ਬਦਲੇ ਓਨਾ ਕੋਈ ਫਾਇਦਾ ਨਹੀਂ ਮਿਲ ਰਿਹਾ। ਪਿਆਰੇ ਬੱਚਿਓ, 10 ਵਿੱਚੋਂ 9 ਬੰਦੇ ਇਸ ਗੱਲ ਨੂੰ ਮੰਨ ਹੀ ਜਾਂਦੇ ਹਨ। ਔਰ ਹੀ ਕੁਐਸਚਨਡ, ਜਾਂ ਫਿਰ ਉਹ ਇੱਕ ਸਵਾਲ ਕਰਦਾ, ਸਾਰਿਆਂ ਨਾਲ ਹੀ ਉਹ ਇਸ ਤਰ੍ਹਾਂ ਕਰਦਾ ਸੀ, Is there any woman in your family, maybe even a distant relative, who is not well disposed toward you? Or he gave an analysis of character. Most of your troubles are due to your nature. How can you be otherwise with Saturn where he is? ਤਾਂ 2 ਅਜਿਹੀਆਂ ਗੱਲਾਂ ਹੋਰ ਸੀ ਜਿਹੜੀਆਂ ਗੱਲਾਂ ਨੂੰ ਸਾਰੇ ਮੰਨ ਜਾਂਦੇ। ਇੱਕ ਤਾਂ ਉਹ ਇਹ ਪੁੱਛਦਾ ਕਿ ਤੁਹਾਡੇ ਘਰ ਕੋਈ ਇਹੋ ਜਿਹੀ ਔਰਤ ਹੈਗੀ ਹੈ ਜਿਹੜੀ ਤੁਹਾਡੇ ਤੋਂ ਚਿੜਦੀ ਹੋਵੇ, ਤਾਂ ਸਾਰਿਆਂ ਦੇ ਘਰ ਵਿੱਚ ਅਜਿਹਾ ਕੋਈ ਨਾ ਕੋਈ ਹੁੰਦਾ ਹੈ। ਜਾਂ ਫਿਰ ਉਹ ਕਈ ਵਾਰੀ ਪੁੱਛਦਾ ਕਿ ਤੈਨੂੰ ਬਹੁਤ ਗੁੱਸਾ ਆਉਂਦਾ ਹੈ, ਛੋਟੀ ਛੋਟੀ ਗੱਲ 'ਤੇ ਤੂੰ ਪਰੇਸ਼ਾਨ ਹੋ ਜਾਂਦਾ ਹੈ, ਤੇਰੇ ਦਿਮਾਗ 'ਤੇ ਹਰ ਸਮੇਂ ਬੋਝ ਪਿਆ ਰਹਿੰਦਾ ਹੈ, ਤੇਰਾ ਕੀ ਕਸੂਰ ਹੈ, ਤੇਰਾ ਇਹ ਸੁਭਾਅ ਸ਼ਨੀ ਕਰਕੇ ਹੈ। ਸੋ ਪੀਪਲ ਵਰ ਆਲਵੇਜ਼ ਅਟਰੈਕਟਿਡ ਟੂ ਆਲ ਦੀਜ਼ ਥਿੰਗਸ ਐਂਡ ਦੇ ਬਿਲੀਵਡ ਇਟ। ਜ਼ਿਆਦਾਤਰ ਲੋਕ ਇਸ ਨੂੰ ਯਕੀਨ ਕਰ ਲੈਂਦੇ। ਯੂ ਹੈਵ ਐਨ ਇੰਪੈਚੁਅਸ ਨੇਚਰ ਐਂਡ ਅ ਰਫ ਐਕਸਟੀਰੀਅਰ। ਤੂੰ ਬਾਹਰੋਂ ਹੀ ਸਖਤ ਲੱਗਦਾ ਹੈ, ਅੰਦਰੋਂ ਤੇਰਾ ਬਹੁਤ ਵਧੀਆ ਸੁਭਾਅ ਹੈ, ਤਾਂ ਸ਼ਨੀ ਕਰਕੇ ਤੇਰਾ ਸੁਭਾਅ ਤੇਜ਼ ਹੋ ਚੁੱਕਿਆ। This endeared him to their hearts immediately. ਇਸ ਤਰ੍ਹਾਂ ਉਹ ਸਿੱਧਾ ਹੀ ਆਪਣੇ ਕਸਟਮਰ ਦੇ ਦਿਲ ਤੱਕ ਪਹੁੰਚ ਜਾਂਦਾ ਸੀ। Let's go to other detail. He sensed a possible client and said, You look so careworn. ਇੱਕ ਦਿਨ ਉਹ ਇੱਕ ਬੰਦੇ ਨੂੰ ਉੱਥੇ ਦੇਖਦਾ ਜੋ ਪਰੇਸ਼ਾਨ ਘੁੰਮ ਰਿਹਾ ਸੀ। ਉਹ ਦੇਖਦਾ ਵੀ ਇਹਦੇ ਤੋਂ ਪੈਸੇ ਵੱਟੇ ਜਾ ਸਕਦੇ ਆ। ਉਸ ਨੂੰ ਪੁੱਛਦਾ, ਬੜਾ ਪਰੇਸ਼ਾਨ ਲੱਗ ਰਿਹਾ। It will do you good to sit for a while and chat with me. ਆ ਜਾ ਮੇਰੇ ਕੋਲ ਬਹਿ ਜਾ, ਕੁਝ ਗੱਲਾਂ ਕਰ ਲੈ, ਤੂੰ ਠੀਕ ਮਹਿਸੂਸ ਕਰੇਗਾ। The other man grumbled some reply vaguely. ਦੂਸਰੇ ਆਦਮੀ ਨੇ ਗੁਰਰਾ ਕੇ ਅਜੀਬ ਜਿਹਾ ਜਵਾਬ ਦਿੱਤਾ। The astrologer pressed his invitation. ਉਹ ਫਿਰ ਉਸ ਨੂੰ ਮਜਬੂਰ ਕਰਦਾ ਰਿਹਾ। Whereupon the other thrust his palm under his nose, saying, You call yourself an astrologer? The astrologer felt challenged and said, tilting the other's palm towards the green shaft of light, Yours is a nature. Oh, stop that, the other said. Tell me something worthwhile. ਤਾਂ ਕੀ ਹੋਇਆ, ਉਸ ਪਰੇਸ਼ਾਨ ਆਦਮੀ ਨੂੰ ਜਦੋਂ ਉਹ ਬਾਰ-ਬਾਰ ਬੁਲਾ ਰਿਹਾ ਸੀ ਤਾਂ ਬੰਦੇ ਨੇ ਇੱਕਦਮ ਉਸ ਦੇ ਨੱਕ ਕੋਲ ਆਪਣਾ ਹੱਥ ਹਥੇਲੀ ਕਰਦੇ ਹੋਏ ਕਿਹਾ, ਆਪਣੇ ਆਪ ਨੂੰ ਜੋਤਸ਼ੀ ਕਹਿਣਾ ਹੈ? ਇਹ ਗੱਲ ਸੁਣ ਕੇ ਉਸਨੇ ਕਾਫੀ ਚੁਣੌਤੀ ਮਹਿਸੂਸ ਕੀਤੀ।
ਤੇ ਉਹ ਉਸ ਦਾ ਹੱਥ ਫੜ ਕੇ ਰੋਸ਼ਨੀ ਵੱਲ ਕਰਕੇ ਦੇਖਣ ਲੱਗਿਆ ਤੇ ਉਹੀ ਗੱਲਾਂ ਕਹਿਣ ਲੱਗਿਆ ਜੋ ਬਾਕੀਆਂ ਨੂੰ ਕਹਿੰਦਾ ਸੀ। ਤੇਰਾ ਸੁਭਾਅ। ਤਾਂ ਉਸ ਆਦਮੀ ਨੇ ਕਿਹਾ, ਚੁੱਪ ਕਰ, ਕੋਈ ਹੋਰ ਕੰਮ ਦੀ ਗੱਲ ਕਰ। ਹੁਣ ਇਸ 'ਤੇ ਐਸਟ੍ਰੋਲੋਜਰ ਕੀ ਜਵਾਬ ਦਿੰਦਾ ਹੈ? ਆਈ ਚਾਰਜ ਓਨਲੀ 3 ਪਾਈਜ਼ ਪਰ ਕੁਐਸਚਨ। ਮੈਂ ਇੱਕ ਸਵਾਲ ਦੀ ਸਿਰਫ 3 ਪਾਈ ਲੈਂਦਾ ਹਾਂ। What you get ought to be good enough for your money। ਤਾਂ ਇਸ 3 ਪਾਈ ਦੇ ਬਦਲੇ ਜੋ ਵੀ ਤੈਨੂੰ ਮਿਲੂਗਾ ਨਾ, ਤਾਂ 3 ਪਾਈ 'ਚ ਅੱਜ ਕੱਲ੍ਹ ਕੀ ਮਿਲਦਾ ਹੈ? ਤੈਨੂੰ ਬਹੁਤ ਵਧੀਆ ਜਵਾਬ ਦੇਵਾਂਗਾ, ਸਾਰਾ ਕੁਝ ਦੱਸ ਦੂੰਗਾ ਤੇਰੇ ਭਵਿੱਖ ਬਾਰੇ। At this the other withdrew his arm, took out an anna and flung it to him, saying, I have some questions to ask. If I prove you are baffling, you must return that anna to me with interest। ਤਾਂ ਹੁਣ ਉਹ ਆਦਮੀ ਉਹਨੂੰ ਚੁਣੌਤੀ ਦਿੰਦਾ ਹੈ। ਉਹ 3 ਪਾਈ ਕੱਢਣ ਦੀ ਬਜਾਏ ਪੂਰਾ ਇੱਕ ਆਨਾ ਉਸ ਦੇ ਸਾਹਮਣੇ ਸੁੱਟਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਕੁਝ ਸਵਾਲ ਹਨ। ਹਰ ਸਵਾਲ ਦੇ ਬਦਲੇ ਮੈਂ ਤੈਨੂੰ ਇੱਕ ਆਨਾ ਦੇਵਾਂਗਾ। ਜੇ ਤੂੰ ਬਲਫਿੰਗ ਕੀਤੀ, ਜੇ ਤੂੰ ਝੂਠ ਬੋਲਿਆ, ਤਾਂ ਇਸ ਇੱਕ ਆਨੇ ਨੂੰ ਤੈਨੂੰ ਮੈਨੂੰ ਵਿਆਜ ਸਮੇਤ ਮੋੜਨਾ ਪਊਗਾ। If you find my answers satisfactory, will you give me 5 rupees? No। ਫਿਰ ਐਸਟ੍ਰੋਲੋਜਰ ਪੁੱਛਦਾ ਹੈ ਕਿ ਅਗਰ ਤੈਨੂੰ ਮੇਰੇ ਜਵਾਬ ਠੀਕ ਲੱਗੇ ਕਿ ਤੂੰ ਮੈਨੂੰ 5 ਰੁਪਏ ਦੇ ਦੇਂਗਾ? ਤਾਂ ਸਾਹਮਣੇ ਵਾਲਾ ਆਦਮੀ ਕੀ ਬੋਲਦਾ ਹੈ? ਨਹੀਂ। ਔਰ will you give me 8 annas? ਕਿ ਤੂੰ ਮੈਨੂੰ 8 ਆਨੇ ਦੇ ਦੇਂਗਾ? Alright, provided you give me twice as much if you are wrong। ਹਾਂ, ਮੈਂ ਤੈਨੂੰ 8 ਆਨੇ ਦੇ ਦੂੰਗਾ ਜੇ ਤੂੰ ਸਹੀ ਹੋਇਆ, ਪਰ ਜੇ ਤੂੰ ਗਲਤ ਹੋਇਆ ਤਾਂ ਤੂੰ ਮੈਨੂੰ 16 ਆਨੇ ਵਾਪਸ ਦੇਂਗਾ। ਦਿਸ ਪੈਕਟ ਵਾਜ਼ ਐਕਸੈਪਟਡ। ਹੁਣ ਉਹਨਾਂ ਦੀ ਇਹ ਆਪਸ ਦੇ ਵਿੱਚ ਡੀਲ ਹੋ ਗਈ। ਇਸ ਡੀਲ ਤੋਂ ਬਾਅਦ ਉਸ ਬੰਦੇ ਨੇ ਜਿਹੜਾ ਹੈ ਉਸ ਨੂੰ ਐਸਟ੍ਰੋਲੋਜਰ ਨੂੰ ਸਵਾਲ ਕਰਨ ਦੀ ਤਿਆਰੀ ਕਰ ਲਈ। ਦ ਐਸਟ੍ਰੋਲੋਜਰ sent up a prayer to heaven as the other lit